बरगाड़ी ਦੇ ਵਿੱਚ ਹੋਇਆ, ਜੋ ਬੁਰਜ ਜਵਾਹਰ ਸਿੰਘ ਵਾਲਿਆਂ ਦੇ ਵਿੱਚ ਹੋਇਆ, ਇਹਨਾਂ ਬਾਰੇ ਸੌਦੇ ਸਾਧ ਤੋਂ ਪੁੱਛ ਹੋਣੀ ਚਾਹੀਦੀ ਸੀ, ਪੜਤਾਲ ਹੋਣੀ ਚਾਹੀਦੀ ਸੀ, ਸਖਤੀ ਦੇ ਨਾਲ ਪੁੱਛਿਆ ਜਾਣਾ ਸੀ, ਉਹਨੂੰ ਚਾਹੀਦਾ ਸੀ ਉਹਨੂੰ ਪੰਜਾਬ ਦੇ ਵਿੱਚ ਲਿਆ ਕੇ। ਪਰ ਕਿਤੇ ਨਾ ਕਿਤੇ ਇਹ ਬਹੁਤ ਵੱਡੀ ਜਿਹੜੀ ਹੈ ਇਹਦੇ ਪਿੱਛੇ ਸਾਜ਼ਿਸ਼ ਕੰਮ ਕਰਦੀ ਨਜ਼ਰ ਆਉਂਦੀ ਹੈ। ਔਰ ਮੈਂ ਸਿੱਖ ਜਥੇਬੰਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਇਸ ਸਬੰਧ ਦੇ ਵਿੱਚ ਉਹ ਜ਼ਰੂਰ ਬੋਲਣ, ਜ਼ਰੂਰ ਵਿਰੋਧ ਕਰਨ, ਅਸੀਂ ਉਹਨਾਂ ਦੇ ਨਾਲ ਹੋਵਾਂਗੇ। ਤੇ ਇਹ ਬਹੁਤ ਹੀ ਮਾੜਾ ਜਿਹੜਾ ਹੈ ਪਰਸੋਂ ਜਿਹੜਾ ਨਵੀਂ ਸੈੱਟ ਨੇ ਜਿਹੜਾ ਚਲਾਨ ਪੇਸ਼ ਕੀਤਾ, ਉਹਦੇ 'ਚੋਂ ਸੌਦੇ ਸਾਧ ਨੂੰ ਬਾਹਰ ਕੱਢਣਾ, ਇਹ ਸਾਡੇ ਵਾਸਤੇ ਬਹੁਤ ਜਿਹੜਾ ਹੈ ਉਹ ਇੱਕ ਦਰਦਮੰਦ ਜਿਹੜਾ ਹੈ ਉਹ ਇਹ ਘਟਨਾ ਹੈ ਔਰ ਸ਼ੱਕ ਪੈਦਾ ਕਰ ਰਹੀ ਹੈ ਕਿਤੇ ਨਾ ਕਿਤੇ ਸਰਕਾਰਾਂ ਦੀ ਨੀਤ ਦੇ ਉੱਤੇ। ਇਹਦੇ 'ਚ ਕੇਂਦਰ ਸਰਕਾਰ ਵੀ ਜਿਹੜੀ ਹੈ ਉਹ ਇਨਵਾਲਵ ਹੋ ਸਕਦੀ ਹੈ। ਕਿਉਂ ਕੱਢਿਆ ਉਸ ਦਾ ਨਾਂ? ਚਾਹੀਦਾ ਇਹ ਹੈ ਕਿ ਸਿੱਟ ਜਿਹੜੀ ਹੈ ਨਵੀਂ ਬਣੀ, ਇਹ ਸੌਦੇ ਸਾਧ ਨੂੰ ਲਿਆ ਕੇ ਇੱਥੇ ਸਖਤੀ ਦੇ ਨਾਲ ਪੁੱਛ ਕਰਦੀ, ਪੜਤਾਲ ਕਰਦੀ, ਕਿਉਂਕਿ ਧਾਰਾ 63 ਨੰਬਰ FIR ਦੇ ਵਿੱਚ ਉਹਦਾ ਨਾਂ ਸ਼ਾਮਲ ਸੀ ਤੇ ਜਿਨ੍ਹਾਂ ਬੰਦਿਆਂ ਦਾ ਨਾਂ ਜਿਹੜਾ ਹੈ ਸ਼ਾਮਲ ਸੀ 63 ਨੰਬਰ FIR ਦੇ ਵਿੱਚ, ਉਹਨਾਂ ਬਾਕੀਆਂ ਤੋਂ ਪੁੱਛ ਪੜਤਾਲ ਕੀਤੀ ਗਈ ਹੈ ਤੇ ਸੌਦੇ ਸਾਧ ਤੋਂ ਪੁੱਛ ਪੜਤਾਲ ਕਿਉਂ ਨਹੀਂ ਕੀਤੀ ਗਈ? ਪੁੱਛ ਪੜਤਾਲ ਕਰਨੀ ਦੂਰ, ਉਹਦਾ ਨਾਂ ਜਿਹੜਾ FIR ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਸ ਸਬੰਧ ਦੇ ਵਿੱਚ ਪਰਸੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਅਸੀਂ ਸਿੱਖ ਜਥੇਬੰਦੀਆਂ ਦੀ ਇੱਕ ਮੀਟਿੰਗ ਵੀ ਬੁਲਾਈ ਹੈ, ਜਿਹਦੇ ਵਿੱਚ ਵਿਸ਼ਵ ਦੀਆਂ ਕੋਈ 100 ਦੇ ਕਰੀਬ ਜਥੇਬੰਦੀਆਂ ਸ਼ਾਮਲ ਹੋ ਰਹੀਆਂ ਨੇ। ਅਸੀਂ ਉਹਨਾਂ ਜਥੇਬੰਦੀਆਂ ਦੀ ਮੀਟਿੰਗ ਦੇ ਵਿੱਚ ਵੀ ਇਹ ਮੁੱਦਾ ਜਿਹੜਾ ਉਠਾਵਾਂਗੇ। ਅਸੀਂ ਚੁੱਪ ਨਹੀਂ ਰਹਾਂਗੇ। ਬਿਲਕੁਲ ਜਿਹੜਾ ਹੈ ਅਸੀਂ ਬਾਰ-ਬਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਕਹਿ ਰਹੇ ਹਾਂ, ਕਿਹਾ ਹੈ ਕਿ ਇਹਨਾਂ ਬੇਅਦਬੀਆਂ ਦੇ ਮੁੱਦਿਆਂ ਦੇ ਉੱਤੇ ਸਿਆਸਤ ਨਹੀਂ ਹੋਣੀ ਚਾਹੀਦੀ। ਕਿੱਡੀ ਕਮਾਲ ਦੀ ਗੱਲ ਹੈ ਕਿ ਸਿਆਸਤ ਕੀਤੀ ਜਾ ਰਹੀ ਹੈ, ਰਾਜਨੀਤੀ ਕੀਤੀ ਜਾ ਰਹੀ ਹੈ ਬੇਅਦਬੀ ਦੇ ਮਸਲੇ ਦੇ ਉੱਤੇ, ਔਰ ਇਸ ਰਾਜਨੀਤੀ ਨੂੰ, ਇਸ ਸਿਆਸਤ ਨੂੰ, ਜਿਹਦਾ ਮਕਸਦ ਜਿਹੜਾ ਹੈ ਉਹ ਚੋਣਾਂ ਜਿੱਤਣਾ ਨੇ ਵਿਧਾਨ ਸਭਾ ਦੀਆਂ, ਇਹਨੂੰ ਹਰਗਜ਼ ਜਿਹੜਾ ਹੈ ਉਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਔਰ ਅਸੀਂ ਕਿਸੇ ਵੀ ਪਾਰਟੀ ਨੂੰ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਆਮ ਆਦਮੀ ਪਾਰਟੀ ਹੈ ਤੇ ਚਾਹੇ BJP, ਅਸੀਂ ਬੇਅਦਬੀ ਦੇ ਮੁੱਦਿਆਂ ਦੇ ਉੱਤੇ ਕਿਸੇ ਨੂੰ ਸਿਆਸਤ ਕਰਨ ਦਾ ਜਿਹੜਾ ਹੈ ਮੌਕਾ ਨਹੀਂ ਦੇਵਾਂਗੇ, ਸਿਆਸਤ ਨਹੀਂ ਕਰਨ ਦੇਵਾਂਗੇ। ਸਿਆਸਤ ਨਹੀਂ ਹੋਣੀ ਚਾਹੀਦੀ, ਨਾ ਕਿਸੇ ਜਥੇਬੰਦੀ ਨੂੰ ਜਿਹੜਾ ਸਿਆਸਤ ਕਰਨੀ ਚਾਹੀਦੀ ਹੈ, ਨਾ ਪਾਰਟੀਆਂ ਨੂੰ ਸਿਆਸਤ ਕਰਨੀ ਚਾਹੀਦੀ ਹੈ, ਨਾ ਸਰਕਾਰਾਂ ਨੂੰ ਸਿਆਸਤ ਕਰਨੀ ਚਾਹੀਦੀ ਹੈ। ਸਿੱਖ ਇਨਸਾਫ ਮੰਗਦੇ ਆ ਔਰ ਅਸੀਂ ਇਨਸਾਫ ਜਿਹੜਾ ਹੈ ਚਾਹੁੰਦੇ ਹਾਂ ਕਿ ਇਸ ਬੇਅਦਬੀ ਦੇ ਮਸਲੇ ਦੇ ਉੱਤੇ ਇਨਸਾਫ ਹੋਵੇ। ਤੇ ਜੇ ਇਨਸਾਫ ਨਹੀਂ ਮਿਲਦਾ ਤੇ ਅਸੀਂ ਆਪ ਵੀ ਇਨਸਾਫ ਲੈਣ ਦੇ ਜਿਹੜਾ ਹੈ ਉਹ ਸਮਰੱਥ ਹਾਂ। ਇਸ ਕਰਕੇ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸੌਦੇ ਸਾਧ ਦੀ ਜਿਹੜੀ ਆ ਉਹ ਪੂਰੀ ਤਰ੍ਹਾਂ ਪੁੱਛ ਕਰੇ, ਪੜਤਾਲ ਕਰੇ ਕਿ ਤੇਰਾ ਨਾਂ ਜਿਹੜਾ 63 ਨੰਬਰ FIR ਦੇ ਵਿੱਚ ਦਰਜ ਹੋਇਆ ਹੈ, ਜਿਹਦੇ ਵਿੱਚ ਮਹਿੰਦਰਪਾਲ ਬਿੱਟੂ ਦਾ ਜਿਹੜਾ ਬਿਆਨ ਲਿਖਿਆ ਹੈ, ਜਿਹਦੇ 'ਚੋਂ ਕਹਿੰਦਾ ਹੈ ਕਿ ਪਿਤਾ ਜੀ ਦਾ ਹੁਕਮ ਸੀ ਸਾਨੂੰ ਇਹ ਕੰਮ ਕਰਨ ਦਾ, ਤੇ ਉਹਦਾ ਨਾਂ ਬਾਹਰ ਕੱਢ ਦਿੱਤਾ। ਕਿੰਨੀ ਹੈਰਾਨੀ ਦੀ ਗੱਲ ਹੈ ਔਰ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ। ਅਸੀਂ ਬੋਲ ਹੀ ਨਹੀਂ ਰਹੇ ਹਾਂ, ਤਾਂ ਬੋਲਣਾ ਚਾਹੀਦਾ ਹੈ। ਤੇ ਇਸ ਮਸਲੇ ਦੇ ਉੱਤੇ ਮੈਂ ਇੱਕ ਵਾਰੀ ਫੇਰ ਕਹਾਂਗਾ ਕਿ ਸਿਆਸਤ ਜਿਹੜੀ ਆ ਉਹ ਬਿਲਕੁਲ ਨਹੀਂ ਹੋਣੀ ਚਾਹੀਦੀ। ਜੇ ਕੋਈ ਸਿੱਖਾਂ ਦਾ ਹਮਦਰਦ ਹੈ ਤੇ ਫਿਰ ਉਹ ਸਿੱਖਾਂ ਨੂੰ ਇਨਸਾਫ ਦੀ ਗੱਲ ਕਰੇ। 2022 ਦਾ ਜਿਹੜਾ ਇਲੈਕਸ਼ਨ ਹੈ ਉਹਦੇ ਵਿੱਚ ਹੀ ਮਾਈਲੇਜ ਲੈਣ ਦਾ ਜਿਹੜਾ ਹੈ ਇੱਕ ਤਰੀਕਾ ਹੈਗਾ, ਕਿਉਂਕਿ ਉਹ ਡੇਰੇ ਦਾ ਇੱਕ ਵੋਟ ਬੈਂਕ ਹੈਗਾ। ਉਸ ਵੋਟ ਬੈਂਕ ਦੇ ਉੱਤੇ ਸਾਰੀਆਂ ਪਾਰਟੀਆਂ ਦੀ ਨਜ਼ਰ ਹੈਗੀ ਹੈ ਤੇ ਸਾਰੀਆਂ ਪਾਰਟੀਆਂ ਉਸ ਵੋਟ ਬੈਂਕ ਨੂੰ ਕੈਸ਼ ਕਰਨਾ ਚਾਹੁੰਦੀਆਂ। ਪਰ ਮੈਂ ਸਿੱਖਾਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਿਹੜਾ ਵੀ ਬੰਦਾ ਇਹ ਵੋਟ ਬੈਂਕ ਦੇ ਲਾਲਚ ਦੇ ਵਿੱਚ ਆ ਕੇ ਇਸ ਤਰ੍ਹਾਂ ਦੀ ਘਟੀਆ ਸਿਆਸਤ ਕਰਦਾ ਹੈ, ਉਹਦੀ ਮੁਖਾਲਫਤ ਜ਼ਰੂਰ ਕਰਨਾ। ਨਵੀਂ ਸਿੱਖਾਂ ਕਰੀਏ ਪਹਿਲੀ ਜਿਹੜੀ ਜਾਂਚ ਹੋਈ ਜੋਰਾ ਸਿੰਘ ਦੀ ਜਾਂ ਹੋਰ ਹੋਈ ਉਹ ਜਨਤਕ ਹੁਣ ਜਿਹਦੀ ਜਾਂਚ ਜਿਹੜੀ ਬਿਲਕੁਲ ਜਿੰਨੀਆਂ ਜਾਂਚਾਂ ਹੋਈਆਂ, ਸੈੱਟ ਬਣੀਆਂ, ਸਾਰਾ ਕੁਝ ਹੋਇਆ, ਸਭ ਨੇ ਹੀ ਜਿਹੜਾ ਹੈ ਸਾਨੂੰ ਤਾਂ ਸਭ 'ਚੋਂ ਸਿਆਸਤ ਨਜ਼ਰ ਆਈ ਹੈ। ਕੋਈ ਸੱਚ ਤਾਂ ਸਾਨੂੰ ਕਿਤੇ ਲੱਭਿਆ ਨਹੀਂ ਹੈ, ਦਿਸਿਆ ਨਹੀਂ ਹੈ। ਤੇ ਇਹ ਕੀ ਮੰਦਭਾਗੀ ਗੱਲ ਹੈ ਕਿ ਚੁੱਪਚਾਪ ਜਾ ਕੇ ਜਿਹੜਾ ਕੱਲ ਉਹਦਾ ਚਲਾਨ ਪੇਸ਼ ਕੀਤਾ ਜਾਂਦਾ ਤੇ ਉਹਦਾ ਨਾਂ ਹੀ ਗਾਇਬ ਕਰ ਦਿੱਤਾ ਜਾਂਦਾ ਸੌਦੇ ਸਾਧ ਦਾ। ਅੱਜ ਸਾਡੀ ਸਟ੍ਰਾਈਕ ਜਿਹੜੀ ਸਟੇਟ ਬੋਡੀ ਵੱਲੋਂ ਅਨਾਉਂਸ ਸੀ ਉਹਦਾ ਤੀਸਰਾ ਦਿਨ ਆ। ਸਾਡੀ ਬੇਸਿਕ ਡਿਮਾਂਡ ਇਹ ਆ ਕਿ ਜਿਹੜਾ ਨਵਾਂ ਪੇ ਕਮਿਸ਼ਨ 6 ਪੇ ਕਮਿਸ਼ਨ ਸਰਕਾਰ ਨੇ ਅਨਾਉਂਸ ਕੀਤਾ, ਉਹਦੇ ਵਿੱਚ ਸਾਡੇ ਸਾਰੇ ਡਾਕਟਰਸ ਦੇ ਨਾਲ ਬਹੁਤ ਧੱਕਾ ਕੀਤਾ ਗਿਆ ਹੈ। ਇੱਕ ਤਾਂ ਸਾਡਾ NPA ਘਟਾ ਦਿੱਤਾ ਗਿਆ ਹੈ, 25 ਤੋਂ 20% ਕਰ ਦਿੱਤਾ ਗਿਆ ਹੈ, ਔਰ 20% ਵੀ ਜਿਹੜਾ ਸਾਡਾ ਬੇਸਿਕ ਪੇ ਦਾ ਪਾਰਟ ਹੁੰਦਾ ਸੀ ਉਹ ਤੋਂ ਡੀਲਿੰਕ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜਿਹੜੀਆਂ DA ਦੀਆਂ ਪੁਰਾਣੀਆਂ ਕਿਸ਼ਤਾਂ ਵਾ ਔਰ ਜਿਹੜੇ ਨਵਾਂ DA ਆ ਸੈਂਟਰਲ ਸਕੇਲ ਦੇ ਹਿਸਾਬ ਨਾਲ ਉਹ ਵੀ ਨਹੀਂ ਲਾਗੂ ਹੋ ਰਿਹਾ। ਇਸ ਤੋਂ ਇਲਾਵਾ ਜਿਹੜੇ ਸਾਡੇ ਅਲਾਊਂਸਿਸ ਨੇ ਉਹਨੂੰ 0.8 ਦਾ ਫੈਕਟਰ ਲਾ ਕੇ ਤੇ ਉਹਨੂੰ ਘਟਾ ਦਿੱਤਾ ਗਿਆ ਹੈ, ਜਿਹਦੇ ਕਰਕੇ ਸਾਰੇ ਡਾਕਟਰਾਂ ਨੂੰ ਨੁਕਸਾਨ ਹੈ।
ਪਰ ਸਭ ਤੋਂ ਵੱਧ ਨੁਕਸਾਨ ਉਹਨਾਂ ਡਾਕਟਰਾਂ ਨੂੰ ਆ ਜਿਵੇਂ ਰੂਰਲ ਏਰੀਆ ਅਲਾਊਂਸ ਆ ਉਹਨੂੰ ਵੀ ਘਟਾ ਦਿੱਤਾ ਗਿਆ ਹੈ। ਸਾਡੇ ਰੂਰਲ ਏਰੀਆ ਵਿੱਚ ਡਾਕਟਰ ਸਰਵਿਸ ਕਰਨ ਜਾਂਦੇ ਨੇ, ਉਹ ਡਾਕਟਰਾਂ ਨੂੰ ਫਾਈਨੈਂਸ਼ੀਅਲ ਇਨਸੈਂਟਿਵ ਦੇਣਾ ਚਾਹੀਦਾ ਵਾ ਕੋਈ ਨਾ ਕੋਈ, ਪਰ ਉਹਨਾਂ ਦੀ ਸੈਲਰੀ ਬਹੁਤ ਘੱਟ ਕਰ ਦਿੱਤੀ ਗਈ ਹੈ। ਸੋ ਕਿਤੇ ਨਾ ਕਿਤੇ ਇੱਕ ਸਿਹਤ ਜਿਹੜਾ ਸਰਕਾਰੀ ਸਿਹਤ ਢਾਂਚਾ ਵਾ ਉਹਦੇ ਉੱਤੇ ਵਾਰ ਕੀਤਾ ਗਿਆ ਹੈ, ਹਰ ਪਾਸਿਓਂ ਉਹਨੂੰ ਧਵਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਉਹਨਾਂ ਕਰੋਨਾ ਕਾਲ 'ਚ ਤੁਸੀਂ ਵੇਖਿਆ ਹੀ ਆ ਕਿ ਕਿਵੇਂ ਜਿਹੜੇ ਕਾਰਪੋਰੇਟ ਹਸਪਤਾਲ ਆ ਉਹਨਾਂ ਨੇ ਲੋਕਾਂ ਦੀ ਲੁੱਟ ਕੀਤੀ। ਸਿਰਫ ਸਰਕਾਰੀ ਹਸਪਤਾਲ ਹੀ ਨੇ ਜਿੱਥੇ ਗਰੀਬ ਬੰਦਾ, ਆਮ ਬੰਦਾ ਆ ਕੇ ਆਪਣਾ ਇਲਾਜ ਕਰਾ ਸਕਦਾ ਵਾ। ਸੋ ਸਾਡੀ ਜਿਹੜੀ ਇੱਕੋ ਅਪੀਲ ਆ ਕਿ ਇਹ ਜਿਹੜੇ ਇਨਸੈਂਟਿਵ ਆ ਰਾਦਰ ਕਿ ਇਨਸੈਂਟਿਵਾਈਜ਼ ਕੀਤਾ ਜਾਵੇ, ਇਹ ਜਿਹੜਾ ਘੱਟ ਕੀਤਾ ਗਿਆ ਇਹਨੂੰ ਰਿਵਰਸ ਕੀਤਾ ਜਾਵੇ, ਰਿਵਰਸ ਕਰਕੇ ਔਰ ਜਿਹੜਾ ਸਰਕਾਰੀ ਸਿਹਤ ਢਾਂਚਾ ਵਾ, ਮੁੱਢਲਾ ਸਿਹਤ ਢਾਂਚਾ ਵਾ, ਇਹਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਅਸੀਂ ਲੋਕਾਂ ਦੀ ਹੋਰ ਸੇਵਾ ਕਰ ਸਕੀਏ ਵਧੀਆ। ਵੇਖੋ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਲੋਕਾਂ ਨੂੰ ਤੰਗ ਪਰੇਸ਼ਾਨ ਕਰੀਏ, ਇਸ ਕਰਕੇ ਅਸੀਂ ਲਿਮਟਿਡ ਸਟ੍ਰਾਈਕ ਕੀਤੀ ਆ। ਸਾਡੀਆਂ ਐਮਰਜੈਂਸੀ ਔਰ ਕੋਵਿਡ ਸੇਵਾਵਾਂ ਚੱਲ ਰਹੀਆਂ ਨੇ। ਕੱਲ੍ਹ ਤੋਂ ਅਸੀਂ ਪੈਰਲਲ OPDs ਚਲਾਵਾਂਗੇ ਜਿਹਦੇ ਵਿੱਚ ਕਿ ਅਸੀਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਤੋਂ ਦਾ ਸਾਥ ਨਹੀਂ ਦੇਵਾਂਗੇ ਪਰ ਲੋਕਾਂ ਦਾ ਸਾਥ ਜ਼ਰੂਰ ਦੇਵਾਂਗੇ। ਪੈਰਲਲ OPDs ਚਲਾ ਕੇ ਲੋਕਾਂ ਦਾ ਇਲਾਜ ਹੋਊਗਾ। ਇਹ ਕਹਿਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਸਾਹਿਬ ਜਦੋਂ ਕਰੋਨਾ ਦੀ ਲਹਿਰ ਆਈ ਸੀ, ਕਰੋਨਾ ਨਾਲ ਬਹੁਤ ਕਹਿਰ ਸੀ, ਉਦੋਂ ਡਾਕਟਰਸ ਨਾਲ ਲਾਈਵ ਗੱਲ ਕਰਦੇ ਸੀ ਔਰ ਸਾਡੀ ਅਪੀਲ ਆ ਵੀ ਹੁਣ ਡਾਕਟਰ ਅਸੀਂ ਅੱਜ ਤੁਹਾਡੇ ਤੋਂ ਇਹ ਮੰਗ ਕਰਦੇ ਆ ਵੀ ਸਾਨੂੰ ਜਿਹੜਾ ਕਰੋਨਾ ਦੇ ਵਿੱਚ ਜੰਗ ਜਿੱਤ ਕੇ ਅਸੀਂ ਆਏ ਆ ਤੇ ਹੁਣ ਸਾਨੂੰ ਜਿਹੜਾ ਹੈਗਾ ਸਾਡਾ NPA ਜਿਹੜਾ ਹੈਗਾ 25% ਜਿਹੜਾ ਹੈਗਾ ਲਿੰਕ ਕਰਤਾ ਹੈਗਾ ਪੇ ਕਮਿਸ਼ਨ, ਉਹ ਬਹਾਲ ਕਰੋ। ਸਾਡੀ ਜਿਹੜੀ ਫਰਿਆਦ ਉਹ ਸੁਣੋ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਕਰੋਨਾ ਦੀ ਹੋ ਸਕਦਾ ਲਹਿਰ ਆਵੇ ਔਰ ਇਹ ਤੁਹਾਨੂੰ ਪੁਰਜ਼ੋਰ ਬੇਨਤੀ ਆ ਕਿ ਤੁਸੀਂ ਇਹਨੂੰ ਬਿਲਕੁਲ ਬਹਾਲ ਕਰੋ। ਔਰ ਅਸੀਂ ਜੇ ਤੁਸੀਂ ਸਾਡੀ ਗੱਲ ਨਾ ਮੰਨੀ ਤੇ ਅਸੀਂ ਜਿਹੜੀ ਨੈਕਸਟ ਸਾਡੀ ਜਿਹੜੀ ਹੈਗੀ ਆ ਅਸੀਂ ਕੋਵਿਡ ਦੀ ਜਿਹੜੀ ਹੈਗੀ ਬਾਈਕਾਟ ਕਰਾਂਗੇ, ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਕੋਵਿਡ। ਇਹ ਅੱਜ ਜਿਹੜਾ ਸਰਕਾਰ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਸਾਡਾ ਪ੍ਰੋਟੈਸਟ ਲਗਾਤਾਰ 25 ਤਰੀਕ ਤੋਂ ਚੱਲ ਰਿਹਾ ਜੀ ਤੇ ਪਿਛਲੇ 3 ਦਿਨਾਂ ਤੋਂ ਜਿਹੜਾ ਵਾ ਜੁਆਇੰਟ ਫਰੰਟ ਨੇ ਇਹ ਸਾਂਝੀ ਕਾਲ ਦਿੱਤੀ ਹੋਈ ਹੈ ਜੀ। ਅੱਜ 3rd ਡੇ ਹੈ, ਅੱਜ ਤੀਜਾ ਦਿਨ ਹੈ ਸਾਡੇ ਪ੍ਰੋਟੈਸਟ ਦਾ, ਪਰ ਹਜੇ ਤੱਕ ਵੀ ਜਿਹੜੀ ਸਰਕਾਰ ਸੁੱਤੀ ਹੋਈ ਨਹੀਂ ਜਾਗੀ। ਜਿਹੜੇ ਸਾਡੇ ਡਾਕਟਰਸ ਦੇ NPA ਨੂੰ 25% ਤੋਂ ਘਟਾ ਕੇ ਬੇਸਿਕ ਪੇ ਨਾਲੋਂ ਡੀਲਿੰਕ ਕਰਕੇ ਇਹਨਾਂ ਨੇ 20% ਕਰ ਦਿੱਤਾ। ਇਹਦਾ ਅਸੀਂ ਸਾਰੇ ਡਾਕਟਰ ਜੁਆਇੰਟ ਫਰੰਟ, ਇਹਦੇ ਵਿੱਚ PCMS ਐਸੋਸੀਏਸ਼ਨ, ਵੈਟਰਨਰੀ ਐਸੋਸੀਏਸ਼ਨ, ਆਯੁਰਵੈਦਿਕ, ਡੈਂਟਲ ਡਾਕਟਰਸ, ਇਹ ਸਾਰੇ ਅਸੀਂ ਇਕੱਠੇ ਜੁਆਇੰਟ ਫਰੰਟ ਦਾ ਜਿੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਤੇ ਸਰਕਾਰ ਦੀ ਬੇਰੁਖੀ ਦਾ ਅਸੀਂ ਸਖਤ ਨਿਖੇਧੀ ਕਰਦੇ ਹਾਂ ਤੇ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਵੀ ਜੇ ਸਰਕਾਰ ਨੇ ਸਾਡੀਆਂ ਮੰਗਾਂ 18 ਤਰੀਕ ਤੱਕ ਨਾ ਮੰਨੀਆਂ, ਜਿਹੜੀਆਂ ਅਸੀਂ ਅੱਜ OPD ਸੇਵਾਵਾਂ ਸੈਂਟਰ ਦੀਆਂ ਸਕੀਮਾਂ ਬੰਦ ਕੀਤੀਆਂ ਹੋਈਆਂ, ਹੋ ਸਕਦਾ ਹੈ ਕਿ ਜਿਹੜਾ ਸਾਨੂੰ ਸਖਤ ਐਕਸ਼ਨ ਲੈ ਕੇ ਜਿਹੜੀ ਐਮਰਜੈਂਸੀ ਸਾਡੀ ਖੁੱਲੀ ਆ ਉਹ ਵੀ ਸਾਨੂੰ ਬੰਦ ਕਰਨੀ ਪਵੇ ਜੇ ਸਰਕਾਰ ਇਸੇ ਤਰ੍ਹਾਂ ਹੀ ਸੁੱਤੀ ਰਹੀ। ਇਹ ਪੂਰੇ ਪੰਜਾਬ 'ਚ ਚੱਲ ਰਿਹਾ ਜੀ। ਪੰਜਾਬ ਦੇ ਹਰ ਜ਼ਿਲ੍ਹੇ 'ਚ ਹਰ ਸਿਵਲ ਹਸਪਤਾਲ, ਹਰ ਪਸ਼ੂ ਹਸਪਤਾਲ, ਪੰਜਾਬ ਦੇ ਸਾਰੇ ਹਸਪਤਾਲਾਂ ਦੀ ਜਿਹੜੀ OPD ਆ ਬੰਦ ਆ, ਸਿਰਫ ਤੇ ਸਿਰਫ ਐਮਰਜੈਂਸੀ ਸੇਵਾਵਾਂ ਚੱਲ ਰਹੀਆਂ ਨੇ ਜੀ। ਅਗਲਾ ਪ੍ਰੋਟੈਸਟ ਸਾਡਾ ਜਿਹੜਾ ਸਾਡੀ ਜੁਆਇੰਟ ਐਕਸ਼ਨ ਕਮੇਟੀ ਜੋ ਕਹੇਗੀ, ਸਾਡੇ ਜਿਹੜੇ ਸਟੇਟ ਦੇ ਲੀਡਰ ਆ ਵੀ ਸਰਕਾਰ ਜਿਹੜੀ OPD ਬੰਦ ਕਰਨ, ਸੈਂਟਰ ਸੇਵਾਵਾਂ ਬੰਦ ਕਰਨ ਦੇ ਨਾਲ ਹਜੇ ਤੱਕ ਨਹੀਂ ਚੇਤੀ। ਹੋ ਸਕਦਾ ਕਿ ਜਿਹੜੀਆਂ ਐਮਰਜੈਂਸੀ ਸੇਵਾਵਾਂ, ਕੋਵਿਡ ਦੀਆਂ ਸੇਵਾਵਾਂ, ਇਹਦੇ ਬਾਰੇ ਜੋ ਸਾਡੀ ਸੈਂਟਰ ਕਮੇਟੀ ਦੀ ਹਦਾਇਤ ਹੋਏਗੀ ਉਹਦੇ ਤੇ ਫੁੱਲ ਚੜਾਏ ਜਾਣਗੇ, ਉਹਨਾਂ ਦੀ ਪਾਲਣਾ ਕੀਤੀ ਜਾਏਗੀ। ਇਹ ਮੇਰੇ ਵੀਰ ਜੀ, ਇਹ ਦਰਿਆ ਦੇ ਪਾਣੀ ਆਉਣ ਦੇ ਨਾਲ ਸਾਡੀ ਰੇਤਾ ਲੋਕੀ ਇੱਥੋਂ ਪੁੱਟ ਕੇ ਲੈ ਜਾਂਦੇ ਨੇ ਤੇ ਸਾਡੀਆਂ ਪੈਲੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ। ਜਦੋਂ ਪਾਣੀ ਆ ਜਾਂਦਾ ਵਾ ਉਦੋਂ ਪੈਲੀਆਂ ਦੇ ਵਿੱਚ ਰੇਤਾ ਚਲੇ ਜਾਂਦੀ ਆ ਤੇ ਪਾਣੀ ਚੜ ਜਾਂਦਾ ਤੇ ਰੇਤਾ ਦੇ ਨਾਲ ਝੋਨੇ ਜਿਹੜੇ ਆ ਦੱਬੇ ਜਾ ਰਹੇ, ਉਹ ਦੱਬੇ ਜਾ ਰਹੇ। ਜਦੋਂ ਵੀ ਪਾਣੀ ਲੱਥਦਾ, ਪਾਣੀ ਲੱਥਣ ਤੋਂ ਬਾਅਦ ਆ ਰੇਤਾ ਉੱਪਰ ਚੜ ਜਾਣੀ ਆ, ਪਾਣੀ ਲੱਥ ਕੇ ਤੇ ਮੁੜ ਕੇ ਝੋਨਾ ਜਿਹੜਾ ਬਰਬਾਦ ਹੋ ਗਿਆ। ਝੋਨਾ ਜਦੋਂ ਆਪਣਾ ਬਰਬਾਦ ਹੋ ਗਿਆ, ਸਾਡੀ ਕੀਤੀ ਹੋਈ ਲਾਭ ਝੋਨੇ ਦੀ ਬੀਜ ਲਵਾਈ ਸੀ, ਉਹਦੀ ਕਿੰਨੀ ਦਿੱਤਾ ਤੁਸੀਂ ਝੋਨੇ ਲਵਾਈ? ਝੋਨੇ ਦੀ ਲਾਭ, ਝੋਨੇ ਦੀ ਬਿਜਾਈ ਜਿਹੜੀ ਆ, ਹੋਰ ਖਾਤਾਂ ਵਗੈਰਾ ਕੋਈ ਸਾਡਾ 10-10 ਹਜ਼ਾਰ ਰੁਪਈਆ ਖਰਚਾ ਚੜ ਗਿਆ ਵਾ ਤੇ ਉਹ ਸਾਰਾ ਬਰਬਾਦ ਹੋ ਗਿਆ। ਕਸੂਰ ਸਾਰਾ ਇੱਥੋਂ ਪਟਾਈ ਹੋ ਰਹੀ ਹੈ ਜੀ ਦਰਿਆ 'ਚੋਂ ਰੇਤਾ ਦੀ ਪਟਾਈ ਹੋਣ ਦੇ ਨਾਲ ਤੇ ਨੁਕਸਾਨ ਹੋ ਰਿਹਾ ਪੈਲੀਆਂ ਦਾ। ਥੱਲੇ ਟੋਏ ਪਾਏ ਜਾਂਦੇ ਆ, ਉੱਥੋਂ ਠਾਂ ਜ਼ਮੀਨ ਜਿਹੜੀ ਆ ਦਰਿਆ ਦੇ ਵਿੱਚ ਰਲ ਜਾਂਦੀ ਆ ਤੇ ਸਾਰੀ ਬਰਬਾਦੀ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਕਰ ਰਹੀ ਆ ਸਰਕਾਰ ਵੀ
ਦੁਨੀਆ ਵੀ ਰਲ ਮਿਲ ਕੇ ਜਿਹੜੇ ਅਮੀਰ ਸ਼ਾਹੂਕਾਰ ਬੰਦੇ ਨੇ ਹੈਂ, ਉਹ ਰੇਤਾ ਪਟਾਈ ਪਾਣੀ ਦੇ ਜਾਏ। ਨਾਲ ਜਿਹੜਾ ਕਾਫੀ ਨੁਕਸਾਨ ਹੋਇਆ ਫਸਲਾਂ ਦਾ। ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਇਹ ਤੇ ਹੁਣ ਕੋਈ ਕੀ ਕਰ ਸਕਦਾ, ਜੋ ਚੱਲ ਰਿਹਾ ਵਾ ਉਹ ਝੱਲਣਾ ਹੀ ਪੈਣਾ ਵਾ। ਸਰਕਾਰ ਕੋਲੋਂ ਇਹੋ ਮੰਗਿਆ ਜੀ, ਸਾਨੂੰ ਇਹਨਾਂ ਦੇ ਕੋਈ ਖਰਚਾ ਦਿੱਤਾ ਜਾਵੇ ਤੇ ਚਲੋ ਸਾਡਾ ਵੀ ਕੋਈ ਗਾਂਹ ਸਾਹ ਸੌਖਾ ਹੋਵੇ। ਬਹੁਤ ਹੀ ਜ਼ਿਆਦਾ ਵੱਡਾ ਘਾਟਾ ਪਿਆ ਵਾ, ਜਿਹੜਾ ਕਿ ਪਰਿਵਾਰ ਨੂੰ ਮਤਲਬ ਸਾਡੇ ਕੋਲ ਲਫ਼ਜ਼ ਮੌਕੇ ਕਿ ਅਸੀਂ ਕੀ ਕਹੀਏ। ਇੰਨੇ ਵਧੀਆ ਪਰਿਵਾਰ, ਇੰਨੇ ਵਧੀਆ ਦੋਵੇਂ ਭਰਾ ਜਿਨ੍ਹਾਂ ਦੀ ਜੋੜੀ ਅੱਜ ਜਿਹੜੀ ਉਹ ਟੁੱਟ ਗਈ ਆ, ਤੇ ਅੰਦਰੋਂ ਦਿਲ ਰੋਂਦਾ ਪਿਆ ਜੀ। ਕੀ ਤੁਹਾਨੂੰ ਦੱਸੀ, ਲਫ਼ਜ਼ ਖਤਮ ਹੈ ਅੱਜ ਦੇ ਦਿਨ ਦੇ। ਤੇ ਬਹੁਤ ਵੱਡਾ ਘਾਟਾ ਆ। ਬਹੁਤ ਹੀ ਵੱਡਾ ਘਾਟਾ, ਬਹੁਤ ਹੀ। ਹਲੇ ਤੇ ਇਹਨਾਂ ਦਾ ਕਰੀਅਰ ਜਿਹੜਾ ਸ਼ੁਰੂਆਤ ਹੋਇਆ ਸੀ, ਕਈ ਫਿਲਮਾਂ 'ਚ ਗਾਣੇ ਇਹਨਾਂ ਦੇ ਆਪਣੇ ਗਾਣੇ ਆ ਰਹੇ ਸੀ, ਤੇ ਬਹੁਤ ਵੱਡਾ ਘਾਟਾ ਜੀ, ਬਹੁਤ ਵੱਡਾ ਘਾਟਾ। ਪਰਿਵਾਰ ਨਾਲ ਮਿਲਿਓ, ਦੁੱਖ ਸਾਂਝਾ ਕੀਤਾ? ਹਾਂਜੀ, ਪਰਿਵਾਰ ਨਾਲ, ਉਹਨਾਂ ਦੇ ਫਾਦਰ ਸਾਹਿਬ ਨਾਲ ਮਿਲੇ ਆ। ਉਹ ਵੀ ਕਹਿੰਦੇ ਕਿ ਚਲੋ ਰੱਬ ਦਾ ਜੋ ਭਾਣਾ, ਪਰ ਬਹੁਤ ਹੀ ਜ਼ਿਆਦਾ ਮਾੜਾ ਹੋਇਆ ਜੀ। ਪਰਮਾਤਮਾ ਉਹਨਾਂ ਨੂੰ ਬਾਹਰ ਘੁੰਮਣ ਫਿਰਨ ਜਾਂਦੇ, ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਤਰ੍ਹਾਂ ਦੇ ਇਨਸੀਡੈਂਟ ਤੋਂ ਬਾਅਦ? ਮੇਰਾ ਇਹੀ ਸੰਦੇਸ਼ ਹੈ ਕਿ ਥੋੜਾ ਜਿਹਾ ਲਿਮਿਟ 'ਚ ਰਹਿ ਕੇ ਬਾਹਰ ਜਿਹੜਾ ਜਾਣਾ ਵਾ ਤੁਸੀਂ, ਅਗਰ ਤੁਸੀਂ ਖਾਣਾ ਪੀਣਾ ਵੀ ਕੁਝ ਵੀ, ਤੇ ਬੜਾ ਲਿਮਿਟ 'ਚ ਰਹਿ ਕੇ ਆਪਣਾ ਜਿਹੜਾ ਉਹ ਘਰਦਿਆਂ ਵੱਲ ਧਿਆਨ ਦੇ ਕੇ ਤੇ ਫਿਰ ਕੁਝ ਕਰੋ, ਕਿਉਂਕਿ ਬਾਅਦ 'ਚੋਂ ਜਿਹੜਾ ਭੁਗਤਣਾ ਪਰਿਵਾਰ ਨੂੰ ਪੈਂਦਾ। ਤੇ ਪਲੀਜ਼ ਥੋੜਾ ਜਿਹਾ ਧਿਆਨ ਰੱਖੋ। ਥੈਂਕ ਯੂ। ਕੀ ਕਹਿਣਾ ਚਾਹੋਗੇ ਅੱਜ ਤੁਸੀਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰ? ਬਿਲਕੁਲ ਜੀ, ਇਹ ਜਿਹੜਾ ਘਾਟਾ ਪਿਆ ਹੈ ਜੀ, ਇਹ ਤਾਂ ਕਦੀ ਜ਼ਿੰਦਗੀ 'ਚ ਪੂਰਾ ਨਹੀਂ ਹੋ ਸਕਦਾ। ਸਾਡੇ ਸੰਗੀਤ ਦੀ ਦੁਨੀਆ ਦਾ ਐਸਾ ਸਾਡਾ ਭਰਾ ਚਲਾ ਗਿਆ, ਜਿਹੜਾ ਕਦੀ ਜ਼ਿੰਦਗੀ 'ਚ ਵਾਪਸ ਨਹੀਂ ਆਉਂਦਾ। ਔਰ ਐਡਾ ਨੇਕ, ਇੰਨਾ ਡਾਊਨ ਟੂ ਅਰਥ, ਇਹਨਾਂ ਵਰਗਾ ਬੰਦਾ, ਇਹਨਾਂ ਵਰਗੀ ਰੂਹ ਸਾਨੂੰ ਮਿਲਣੀ ਨਹੀਂ ਅੱਜ ਤੋਂ ਬਾਅਦ। ਔਰ ਪੂਰੇ ਪਰਿਵਾਰ ਨੂੰ ਬੜਾ ਧੱਕਾ ਹੈ, ਸੰਗੀਤ ਦੀ ਦੁਨੀਆ ਨੂੰ ਬੜਾ ਧੱਕਾ ਹੈ। ਇਹ ਕਦੀ ਜ਼ਿੰਦਗੀ 'ਚ ਪੂਰਾ ਨਹੀਂ ਹੋ ਸਕਦਾ ਜੀ। ਨੌਜਵਾਨ ਸੀਗੇ, ਬਹੁਤ ਵੱਡਾ ਕੈਰੀਅਰ ਅੱਗੇ ਪਿਆ ਸੀਗਾ, ਕਿਸ ਤਰ੍ਹਾਂ ਦੇਖਦੇ ਹੋ ਸਾਰੇ ਪਰਿਵਾਰ? ਭਾਈ ਜੇ ਆਪਾਂ ਇਹਨਾਂ ਦੀ ਮਿਹਨਤ ਦੇਖੀਏ ਤਾਂ ਬਚਪਨ ਤੋਂ ਇਹਨਾਂ ਨੇ ਬਹੁਤ ਮਿਹਨਤ ਕਰਕੇ ਇਸ ਤੱਕ ਪਹੁੰਚੇ ਆ। ਔਰ ਕੋਈ ਵੀ ਐਸਾ ਪਿੰਡ, ਕੋਈ ਵੀ ਐਸਾ ਸ਼ਹਿਰ ਨਹੀਂ ਹੈ ਜਿੱਥੇ ਇਹਨਾਂ ਨੇ ਮਹਿਫਲ, ਜਿੱਥੇ ਪ੍ਰੋਗਰਾਮ ਨਹੀਂ ਕੀਤਾ। ਔਰ ਬਸ ਇਹੀ ਹੈ ਕਿ ਪਰਮਾਤਮਾ ਨੇ ਨਹੀਂ ਕਰਨਾ ਚਾਹੀਦਾ ਸੀ। ਮੇਰੇ ਫਾਦਰ ਸਾਹਿਬ ਕੁਲਵੰਤ ਸਿੰਘ, ਅੱਜ ਉਹਨਾਂ ਨੇ ਸੁਸਾਈਡ ਕੀਤੀ ਹੈ ਜੀ। ਇੱਕ ਸੁਖਨਾ ਦੀ ਲੇਡੀ ਤੋਂ ਦੁਖੀ ਹੋ ਕੇ, ਹਾਂਜੀ ਦੁਬਾਰਾ ਬੋਲ ਦੇਣਾ। ਸੁਖਨਾ ਦੀ ਲੇਡੀ ਤੋਂ, ਉਹਨਾਂ ਦੀ ਲੇਡੀ ਤੋਂ ਦੁਖੀ ਹੋ ਕੇ ਉਹਨਾਂ ਨੇ ਸੁਸਾਈਡ ਕੀਤਾ ਜੀ। ਉਹ ਪਹਿਲਾਂ ਹੀ ਕੁਝ ਫਰੋਤੀਆਂ ਮਗਰ ਨਾਲ 4-5 ਜਣੇ ਹੋਰ ਅਣਪਛਾਤੇ ਵੀ ਹੈਗੇ ਆ, ਕੁਝ ਜਾਣਦੇ ਵੀ ਆ। ਇੱਕ ਬੰਟੀ ਲੰਬਾ ਹੈਗਾ ਜੀ, ਉਹ ਪ੍ਰਤਾਪ ਨਗਰ ਤੋਂ ਰਹਿੰਦਾ, ਉਹ ਵੀ ਕਾਫੀ ਧਮਕੀਆਂ ਦੇ ਰਿਹਾ ਸੀ। ਇੱਕ ਬੰਟੀ ਬਿੱਟੂ ਲੰਬਾ ਤੇ ਬੰਟੀ ਨਿਆਮਪੁਰੀ ਆ। ਇੱਕ ਅਮਨ ਪੱਤਰਕਾਰ ਹੈਗਾ ਜੀ। ਸਾਰੇ ਜਣੇ ਰਲ ਕੇ ਉਹਨਾਂ ਨੂੰ ਹਰਾਸਮੈਂਟ ਕਰਨ ਦੇ ਸੀ ਕਿ ਜਿਹੜੇ 10-20 ਲੱਖ ਰੁਪਏ ਉਹਨਾਂ ਨੇ ਪਹਿਲਾਂ ਵੀ ਫਰੋਤੀ ਮੰਗੀ ਆ ਜੀ। ਉਸ ਤੋਂ ਬਾਅਦ 'ਚੋਂ ਫੇਰ ਹੁਣ ਫਰੋਤੀ ਉਹ ਹੋਰ ਮੰਗ ਰਹੇ ਸੀ। ਤੇ ਸੋਨੂ ਛੀਨਾ ਵੀ ਇੱਕ ਨਾਲ, ਇੱਕ ਸ਼ੈਲਾ ਮੁੰਡਾ ਨਾਲ, ਸਾਰੇ ਮਤਲਬ ਇਹਨਾਂ ਦਾ ਆਪ ਦਾ ਗੈਂਗ ਹੈਗਾ ਸੀ। ਇਹਨਾਂ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਸੁਸਾਈਡ ਕਰਵਾਇਆ। ਨੇ ਬਾਰ-ਬਾਰ ਮਾਰਨ ਦੀਆਂ ਧਮਕੀਆਂ, ਤੁਹਾਨੂੰ ਜਾਨੋਂ ਮਾਰ ਦੇਣਾ, ਤੁਹਾਨੂੰ ਇਹ ਕਰ ਦੇਣਾ, ਤੁਹਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਹਮੇਸ਼ਾ ਦਿੰਦੇ ਰਹਿੰਦੇ ਸੀ। 4-5 ਅਣਪਛਾਤੇ ਹੋਰ ਹੈਗੇ ਆ ਕਿ ਜਿਹੜੇ ਬੰਦੇ ਹੈਗੇ ਜੀ। ਕਿੰਨੇ ਪੈਸੇ ਮੰਗੇ ਜਾਂਦੇ ਸੀ ਉਹਨਾਂ ਕੋਲ? ਪਹਿਲਾਂ ਉਹਨਾਂ ਨੇ 20 ਲੱਖ ਰੁਪਏ ਮੰਗੇ ਸੀ ਜੀ, ਉਹ ਦੇਤੇ ਸੀ। ਉਸ ਤੋਂ ਬਾਅਦ 'ਚ ਹੋਰ ਆਂਦੇ 20-30 ਲੱਖ ਰੁਪਏ ਦੋ, ਇਸ ਕਰਕੇ ਫਰੋਤੀਆਂ ਬਾਰ-ਬਾਰ ਮੰਗਣ ਦੇ ਸੀ। ਉਹਨਾਂ ਦੇ 10 ਲੱਖ ਦਿੱਤਾ। ਉਸ ਤੋਂ ਬਾਅਦ 'ਚ ਇਹ ਵੀ ਕੇਸ ਉਹਨਾਂ ਦਾ ਮਹਿਲਾ ਮੰਡਲ 'ਚ ਚੱਲਣ ਡਿਆ ਸੀ। ਤੇ ਕਿਉਂ ਬਲੈਕਮੇਲ ਕੀਤਾ ਜਾਂਦਾ? ਕੋਈ ਵੀਡੀਓ ਜਾਂ ਫੋਟੋ? ਵੀਡੀਓ ਵਗੈਰਾ ਫੋਟੋ ਕੁਝ ਵੀ ਨਹੀਂ ਸੀ। ਕੋਈ ਇਸ ਤਰ੍ਹਾਂ ਹੀ ਫਰੈਂਡ ਸਰਕਲ ਹੋਏਗਾ। ਉਸ ਤੋਂ ਬਾਅਦ 'ਚੋਂ ਇਸ ਤਰ੍ਹਾਂ ਹੀ ਧਮਕੀਆਂ ਦੇ ਰਹੀ ਕਿ ਮੈਂ ਤੁਹਾਡੇ ਇਸ ਤਰ੍ਹਾਂ ਇੱਜ਼ਤਦਾਰ ਬੰਦੇ ਸੀ, ਤੁਹਾਨੂੰ ਬਦਨਾਮ ਕਰ ਦਾਂਗੇ, ਤੁਹਾਨੂੰ ਇਹ ਕਰ ਦਾਂਗੇ, ਤੁਹਾਨੂੰ ਇਸ ਤਰ੍ਹਾਂ ਕਰ ਦਾਂਗੇ। ਇਸੇ ਕਰਕੇ ਉਹਨਾਂ ਨੇ ਆਪ ਆਪਣੀ ਇੱਜ਼ਤ ਦੇ ਵਧਾਉਂਦੇ ਆ, ਉਹਨਾਂ ਨੇ ਆਪ ਹੀ ਸੁਸਾਈਡ ਕਰ ਲਿਆ। ਹਾਂਜੀ, ਇਹ ਚੱਲ ਰਹੀ ਸੀ ਮਹਿਲਾ ਮੰਡਲ ਸਭ ਕੁਝ ਚੱਲ ਰਿਹਾ। ਐਸਪੀ ਸਾਹਿਬ ਕੋਲ ਚੱਲ ਰਹੀ ਸੀ ਪਹਿਲੇ। ਸੁਸਾਈਡ ਨੋਟ 'ਚ 5-6 ਜਣਾਂ ਦਾ ਨਾਮ ਹੈਗਾ, 4-5 ਪਛਾਤੇ ਵੀ ਹੈਗੇ ਵਿੱਚ ਹੋਰ ਜੀ। ਕੀ ਕਾਰਵਾਈ ਦੀ ਮੰਗ? ਕਾਰਵਾਈ ਹੈ ਪ੍ਰਸ਼ਾਸਨ ਕੋਲ ਮੰਗ ਕਰਦੇ ਜਲਦ ਸਾਰੇ ਬੰਦੇ ਗ੍ਰਿਫਤਾਰ ਹੋਣ। ਇਹ ਇਹਨਾਂ ਦੇ ਵਾਰਸ ਦੱਸ ਰਹੇ ਨੇ ਵੀ ਇਹਨਾਂ ਦੇ ਕੋਈ ਸੁਸਾਈਡ ਨੋਟ ਇਹਨਾਂ ਨੇ ਲਿਖਿਆ ਹੈ। ਅਸੀਂ ਨੋਟ ਨੂੰ ਪੜ੍ਹ ਕੇ ਤੇ ਅਗਲੀ ਕਾਰਵਾਈ ਸੇ ਅਮਲ ਚ ਲਿਆਵਾਂਗੇ। ਕਿੰਨਾ ਨਾਮ ਸਾਹਮਣੇ ਆਇਆ? ਅਜੇ ਜੀ ਪੜਿਆ ਨਹੀਂ ਜੀ, ਅਸੀਂ ਸੁਸਾਈਡ ਨੋਟ ਅਸੀਂ ਲੈਣੇ ਆ, ਅਸੀਂ ਤੇ ਮੌਕੇ ਤੇ ਪਹੁੰਚੇ ਆ ਤੇ ਇਹ ਸਾਰਾ ਵੈਰੀਫਾਈ ਕਰਾਂਗੇ, ਫਿਰ ਮੈਂ ਤੁਹਾਨੂੰ ਦੱਸਾਂਗਾ। ਅਜੇ ਫਿਲਹਾਲ ਅਸੀਂ ਪੜਤਾਲ ਕਰਨੇ ਆ ਜੇ ਮੌਕੇ ਤੇ ਪਹੁੰਚੇ। ਖਾਦਾ ਕੀ ਹੈ ਜੀ? ਇਹ ਵੀ ਨਹੀਂ ਪਤਾ ਲੱਗਾ ਜੀ, ਇਹਦੇ ਪੋਸਟਮਾਰਟਮ ਦੀ ਰਿਪੋਰਟ 'ਚ ਪਤਾ ਲੱਗੇਗਾ ਕੀ ਖਾਦਾ, ਤੁਹਾਨੂੰ ਦੱਸ ਦੇਂਗੇ। ਅਸੀਂ ਕਾਰਵਾਈ ਜੋ ਪੜਤਾਲ ਦੇ ਦੌਰਾਨ ਜੋ ਤੱਥ ਪਾਏ ਜਾਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਸਰ ਕਿਹਾ ਜਾ ਰਿਹਾ ਕਿ ਜਦੋਂ ਇਹ ਪੋਸਟਮਾਰਟਮ ਵਾਸਤੇ ਲੈ ਗਏ ਉਹਨਾਂ ਦਾ ਫੋਨ ਵੀ ਗਾਇਬ ਹੋ ਗਿਆ ਜੀ। ਨਹੀਂ ਜੀ, ਇਹੋ ਜੀ ਕੋਈ ਗੱਲ ਨਹੀਂ ਹੈਗੀ ਜੀ, ਕਿਸੇ ਨੇ ਸਾਨੂੰ ਇਹ ਨਹੀਂ ਦੱਸਿਆ ਹੈਗਾ ਇਹੋ ਜੀ ਕੋਈ ਗੱਲ। ਇਹਨਾਂ ਦੇ ਘਰ ਵਾਲੇ ਹੀ ਲੈ ਕੇ ਆਏ ਨੇ ਇਹਨਾਂ ਨੂੰ। ਜੂਨ ਨੂੰ ਰਾਤ ਤਕਰੀਬਨ 11 ਵਜੇ ਇੱਕ ਸਾਹਿਬਦੀਪ ਸਿੰਘ ਹੈ, ਇਹ ਰੈਸਟੋਰੈਂਟ ਵਿੱਚ ਜਿਹੜਾ ਸਪਲਾਈ ਵਗੈਰਾ ਦਾ ਕੰਮ ਕਰਦਾ। ਇਹ ਤੇ ਇਹਦਾ ਇੱਕ ਦੋਸਤ ਇੱਥੇ ਗੱਡੀ ਖੜੇ ਸੀ, ਇਹਦੇ ਦੋਸਤ ਦੀ ਗੱਡੀ ਸਵਿਫਟ ਸੀਗੀ, ਇਹ ਆਪਣੀ ਫੋਰਡ ਫਿਗੋ ਗੱਡੀ ਲਾ ਕੇ ਖੜੇ ਸੀ। ਇਸ ਤਰ੍ਹਾਂ ਇਸੇ ਦੌਰਾਨ ਹੀ ਰਾਤ ਤਕਰੀਬਨ 11 ਵਜੇ 3-4 ਨੌਜਵਾਨ ਆਏ, ਜਿਹੜੇ ਇਹਨਾਂ ਦੇ ਕੋਲੋਂ ਗੱਡੀ ਜਿਹੜੀ ਸਨੈਚ ਕਰਕੇ ਲੈ ਗਏ। ਉਸ ਤੋਂ ਬਾਅਦ ਫਿਰ ਜਦੋਂ ਗੱਡੀ ਸਨੈਚ ਹੋਈ, ਉਸ ਤੋਂ ਬਾਅਦ ਅਸੀਂ 175 ਨੰਬਰ ਮੁਕੱਦਮਾ ਜਿਹੜਾ ਦਰਜ ਰਜਿਸਟਰ ਕਰਕੇ ਇਨਵੈਸਟੀਗੇਸ਼ਨ ਸਟਾਰਟ ਕੀਤੀ। ਔਰ ਇਨਵੈਸਟੀਗੇਸ਼ਨ ਸਾਨੂੰ CCTV ਫੁਟੇਜ ਜਿਹੜੇ ਆ ਕਾਫੀ ਇਹਨਾਂ ਨੇ ਮਦਦ ਕੀਤੀ। ਸਾਨੂੰ ਏਰੀਆ ਲੋਕੇਟ ਹੋਇਆ ਵੀ ਕਿਸ ਏਰੀਆ 'ਚ ਗੱਡੀ ਗਈ ਹੈ। ਉੱਥੇ ਫਿਰ ਸਾਡੇ ਜਿਹੜੇ ਸਪੈਸ਼ਲ ਕੋਈ ਸਾਡੇ ਸੋਰਸ ਸੀਗੇ, ਉਹਨਾਂ ਨੇ ਸਾਨੂੰ ਇਹ ਕਿਹਾ ਕਿ ਇਹ ਬੰਦੇ ਜਿਹੜੇ ਇੱਥੇ ਗੱਡੀ ਲਈ ਫਿਰਦੇ। ਫਿਰ ਕੱਲ੍ਹ ਅਸੀਂ ਇਹਨਾਂ ਨੂੰ ITA ਲਾਗੋਂ ਜਿਹੜਾ
ਰਣਜੀਤ ਐਵਨਿਊ ਤੋਂ ਅਰੈਸਟ ਕਰ ਲਏ ਦੋਨੋਂ ਜਣੇ। ਜਿਹੜਾ ਪਿਸਟਲ ਦੇ ਸਮੇਤ ਗੱਡੀ ਬਰਾਮਦ। ਪਿਸਟਲ ਹੈ ਬਰਾਮਦ? ਨਹੀਂ, ਪਿਸਟਲ ਜਾਂ ਕੋਈ ਗਨ ਅਜੇ ਤੱਕ ਬਰਾਮਦ ਨਹੀਂ ਹੋਈ। ਪਹਿਲੇ ਵੀ ਮੁਕੱਦਮੇ ਦਰਜ ਸਰ? ਜਿਹੜਾ ਵਿਕਰਮਜੀਤ ਸਿੰਘ ਵਿੱਕੀ ਹੈ ਤੇ ਪਹਿਲਾਂ 2 ਮੁਕੱਦਮੇ ਦਰਜ ਨੇ। 307 ਕੀ ਬਰਾਮਦ ਹੋਈ ਇਹਨਾਂ ਕੋਲ? ਹੁਣ ਇਹਨਾਂ ਕੋਲ ਫਿਲਹਾਲ ਜਿਹੜੀ ਸਨੈਚ ਹੋਈ ਗੱਡੀ ਸੀ ਉਹ ਬਰਾਮਦ ਹੋ ਚੁੱਕੀ। ਸਰ ਕੋਈ ਵਾਰਦਾਤ ਕਰਨਾ ਚਾਹੁੰਦੇ ਸੀ ਉਹ ਗੱਡੀ ਤੇ ਜਾਂ ਕੀ? ਹਾਂ, ਇਹ ਕਰ ਰਹੇ ਆ ਕਿ ਇਨਵੈਸਟੀਗੇਸ਼ਨ ਇਹਦੀ ਅੱਜ ਰਿਮਾਂਡ ਲਵਾਂਗੇ, ਫਿਰ ਅੱਗੇ ਪੁੱਛਗਿੱਛ ਕਰਾਂਗੇ, ਉਸ ਤੋਂ ਪਤਾ ਲੱਗੇਗਾ ਵੀ ਇਹ ਗੱਡੀ ਦਾ ਆਉਣ ਦਾ ਇਹਨਾਂ ਦਾ ਮਕਸਦ ਕੀ ਸੀ। ਸਰ ਕਿੰਨੇ ਜਾਣੇ ਆ ਟੋਟਲ, ਜਾਂ ਗੈਂਗ ਹੈ ਜਾਂ ਕਿੱਦਾਂ? ਇਹ ਗੈਂਗ ਹੈ ਵਿਕਰਮਜੀਤ ਸਿੰਘ ਵਿੱਕੀ ਜਿਹੜਾ ਇਹ ਕ੍ਰਿਮੀਨਲ ਵਿਅਕਤੀ ਹੈ, ਬਾਕੀ ਦੇ ਫਰੈਸ਼ਰ ਹੀ ਨੇ ਇਹਨਾਂ ਦੇ ਨਾਲ। ਫਿਰ ਵੀ ਇਹਦੇ ਬਾਰੇ ਗੈਂਗ ਨਾਲ ਜੇ ਅੱਗੇ ਇਹਨਾਂ ਕੇ ਲਿੰਕ ਨੇ ਜਾਂ ਕਿਸ ਤਰ੍ਹਾਂ ਉਹ ਕਰ ਰਹੇ ਆ ਕਿ ਅਸੀਂ ਸਾਰਾ ਇਨਵੈਸਟੀਗੇਟ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ ਸਿਰਫ ਪੰਜਾਬ ਵਾਇਰ ਨਿਊਜ਼ ਦੇ ਨਾਲ।